ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਨਾ ਲਫ਼ਜ਼ ਪ੍ਰਚਲਿਤ ਨੇ ਸਾਡੀ ਆਮ ਬੋਲੀ ਦੇ ਵਿੱਚ, ਔਰ ਕੁਛ ਲਫ਼ਜ਼ ਉਹੀ ਲਫ਼ਜ਼ ਜਿਹੜੇ ਜਦੋਂ ਅਸੀਂ ਗੁਰਮਤਿ ਦੀਆਂ ਜਿਹੜੀਆਂ ਧਾਰਨਾਵਾਂ ਨੇ, ਜੋ ਗੁਰਬਾਣੀ ਦੇ ਸਿਧਾਂਤ ਨੇ, ਉਹਨਾਂ ਦੇ ਮੁਤਾਬਿਕ ਜਦੋਂ ਅਸੀਂ ਸਮਝਦੇ ਹਾਂ ਤੇ ਉਹਨਾਂ ਲਫ਼ਜ਼ਾਂ ਦੇ ਅਰਥ ਬਿਲਕੁਲ ਹੀ ਬਦਲ ਜਾਂਦੇ ਨੇ। ਉਹ ਬਿਲਕੁਲ ਵੱਖਰੇ ਅਰਥਾਂ ਦੇ ਸਾਨੂੰ ਸਮਝ ਆਉਂਦੀ ਹੈ। ਔਰ ਗੁਰੂ ਸਾਹਿਬ ਨੇ ਦੋਨੋਂ ਟੈਕਨੀਕਸ ਜਿਹੜੀਆਂ ਹੈਗੀਆਂ ਉਹ ਗੁਰਬਾਣੀ ਦੇ ਵਿੱਚ ਅਪਣਾਈਆਂ ਹੋਈਆਂ। ਉਹ ਲਫ਼ਜ਼ ਜਿਹੜੇ ਆਮ ਲੋਕਾਂ ਦੇ ਵਿੱਚ ਇਸਤੇਮਾਲ ਹੁੰਦੇ ਸੀ, ਤੇ ਫਿਰ ਗੁਰਮਤਿ ਦਾ ਸਿਧਾਂਤ ਉਹਨਾਂ ਲਫ਼ਜ਼ਾਂ ਦੇ ਬਾਰੇ ਕੀ ਹੈ, ਇਹ ਬੜੇ ਸਾਰੇ ਸਾਨੂੰ ਸਿਧਾਂਤ ਗੁਰਬਾਣੀ 'ਚ ਮਿਲਦੇ ਨੇ। ਫਾਰ ਐਗਜ਼ਾਮਪਲ, ਜੀਣਾ ਤੇ ਮਰਨਾ। ਆਮ ਬੰਦੇ ਕੋਲ ਪੁੱਛੋ ਕਿ ਜੀਣਾ ਕੀ ਹੈ, ਮਰਨਾ ਕੀ ਹੈ, ਦੋ ਲਫ਼ਜ਼ਾਂ 'ਚ ਤੁਹਾਨੂੰ ਕਲੀਅਰ ਦੱਸ ਦਿੰਦਾ ਕਿ ਇਹ ਸਾਹ ਆ ਰਿਹਾ ਹੈ, ਨਬਜ਼ ਚੱਲ ਰਹੀ ਹੈ, ਦਿਲ ਧੜਕ ਰਿਹਾ, ਇਹ ਬੰਦਾ ਜੀ ਰਿਹਾ। ਇਹ ਨਹੀਂ ਹੁੰਦਾ, ਬੰਦੇ ਦੀ ਮੌਤ ਹੈ। ਲੇਕਿਨ ਗੁਰਬਾਣੀ ਦੇ ਵਿੱਚ ਅਸੀਂ ਉਸੇ ਟਰਮਸ ਨੂੰ ਸਮਝਦੇ ਹਾਂ, ਤੇ ਗੁਰਬਾਣੀ ਕਹਿੰਦੀ ਹੈ ਆਖਾਂ ਜੀਵਾਂ ਵਿਸਰੇ ਮਰ ਜਾਓ। ਇਹ ਗੁਰਬਾਣੀ ਦੀਆਂ ਟਰਮਸ ਹੈਗੀਆਂ। ਇਸੇ ਤਰ੍ਹਾਂ ਜਿਹੜੀ ਜੂਨਾਂ ਦਾ ਜਿਹੜਾ ਜ਼ਿਕਰ ਹੈਗਾ, ਉਹ ਜੂਨਾਂ ਅਗਰ ਸਮਝਦੇ ਹਾਂ ਆਮ ਲੋਕਾਂ ਦੇ ਭਾਸ਼ਾ ਦੇ ਵਿੱਚ, ਉਹ ਕੁਝ ਹੋਰ ਸਾਨੂੰ ਸਮਝ ਆਉਂਦੀ ਹੈ, ਇਹ ਮਰਨ ਤੋਂ ਬਾਅਦ ਹੈ। ਲੇਕਿਨ ਜਦੋਂ ਗੁਰਬਾਣੀ ਦੇ ਟਰਮਸ ਸਮਝਦੇ ਹਾਂ ਤਾਂ ਗੁਰਬਾਣੀ ਕਹਿੰਦੀ ਹੈ ਸਤਿਗੁਰ ਕੈ ਜਨਮੈ ਗਵਨ ਮਿਟਾਇਆ। ਸਤਿਗੁਰ ਦੇ ਜਦੋਂ ਜਨਮ ਹੋ ਗਿਆ ਨਾ, ਜਦੋਂ ਗਿਆਨ ਆਇਆ ਨਾ, ਤਾਂ ਇਹ ਆਵਾਗਮਨ ਮਿਟਿਆ। ਇਹ ਡਿਫਰੈਂਟ ਟਰਮਸ ਹੈਗੀ। ਇਸੇ ਤਰ੍ਹਾਂ ਸਾਨੂੰ ਬਹੁਤ ਸਾਰੀ ਤੀਰਥਾਂ ਦਾ ਤੀਰਥ ਦਾ ਹੈਗਾ, ਅੰਤਰਗਤ ਤੀਰਥ ਮਲ ਨਾਓ। ਹੁਣ ਆਮ ਲੋਕਾਂ ਨੂੰ ਤੀਰਥ ਦਾ ਪੁੱਛੋ ਕੁਝ ਹੋਰ ਸਮਝ ਆਉਂਦੀ ਹੈ, ਲੇਕਿਨ ਗੁਰਬਾਣੀ ਦੀ ਟਰਮਸ ਹੈਗੀਆਂ। ਇਸੇ ਤਰ੍ਹਾਂ ਵਰਤ ਦੀ ਹੈਗੀ ਹੈ। ਬੜੀਆਂ ਸਾਰੀਆਂ ਲਫ਼ਜ਼ ਜਿਹੜੇ ਆਮ ਪ੍ਰਚਲਿਤ ਨੇ, ਉਹਨਾਂ ਲਫ਼ਜ਼ਾਂ ਦੇ ਵਿੱਚ ਹੀ ਇਹ ਲਫ਼ਜ਼ ਹੈਗਾ ਦਰਸ਼ਨ। ਹੁਣ ਦਰਸ਼ਨ ਜਦੋਂ ਲਫ਼ਜ਼ ਆਮ ਭਾਸ਼ਾ ਦੇ ਜਦੋਂ ਸਮਝਦੇ ਹਾਂ, ਸੁਣਦੇ ਹਾਂ, ਤੇ ਸਾਨੂੰ ਬੜੀ ਰੋਜ਼ਮਰਾ ਦੀ ਗੱਲਾਂ ਹੁੰਦੀਆਂ। ਜਿਸ ਕੋਈ ਨਹੀਂ ਮਿਲਦਾ ਕਿ ਇੰਨੇ ਦਿਨ ਹੋ ਗਏ ਤੁਹਾਡੇ ਦਰਸ਼ਨ ਨਹੀਂ ਹੋਏ, ਜਾਂ ਉਹਨਾਂ ਦੇ ਮੈਂ ਦਰਸ਼ਨ ਕੀਤੇ। ਇਹ ਦਰਸ਼ਨ ਦਾ ਲਫ਼ਜ਼ ਹੁੰਦਾ ਕਿ ਅਸੀਂ ਇਹ ਅੱਖ ਨਾਲ ਦੇਖ ਲਿਆ ਤੇ ਫਲਾਣੇ ਦੇ ਦਰਸ਼ਨ ਹੋ ਗਏ, ਅਸੀਂ ਦਰਸ਼ਨ ਕੀਤੇ। ਹੁਣ ਇਹੀ ਟਰਮਸ ਜਿਹੜੀ ਹੈਗੇ ਨਾ, ਇਹ ਆਮ ਲੋਕਾਂ ਦੇ ਸਮਝ ਆਉਂਦੀਆਂ। ਲੇਕਿਨ ਪ੍ਰੋਬਲਮ ਉੱਥੇ ਹੈਗੀ ਕਿ ਜਿਹੜੇ ਜਿਹੜੇ ਲਫ਼ਜ਼ ਅਸੀਂ ਪਹਿਲੇ ਸਮਝੇ ਨੇ, ਭਾਵੇਂ ਜੀਵਨ ਮਰਨ ਦਾ ਸੀ, ਭਾਵੇਂ ਆਵਾਗਮਨ ਦਾ ਸੀ, ਜਾਂ ਵਰਤ ਦਾ ਸੀ, ਇਸ ਤਰ੍ਹਾਂ ਦੇ ਬੜੇ ਸਾਰੇ ਲਫ਼ਜ਼ ਜਿਹੜੇ ਨੇ ਆਮ ਲੋਕਾਂ ਵਿੱਚ ਹੈਗੇ ਨਾ, ਉਹੀ ਲਫ਼ਜ਼ ਅਸੀਂ ਗੁਰਮਤਿ ਦੀ, ਜਦੋਂ ਗੁਰਬਾਣੀ ਦੀ ਜਦੋਂ ਅਸੀਂ ਵਿਆਖਿਆ ਕਰਦੇ ਹਾਂ, ਉਹੀ ਵਿਆਖਿਆ ਜਿਹੜੀ ਹੈ, ਉਹੀ ਪਰਿਭਾਸ਼ਾ ਜਿਹੜੀ ਉੱਥੇ ਲਗਾ ਦਿੰਦੇ ਹਾਂ। ਪਰ ਫਰਕ ਹੈ ਇੱਥੇ ਸਾਰੀ ਗੜਬੜ ਸ਼ੁਰੂ ਹੋ ਜਾਂਦੀ। ਜਿਸ ਤਰ੍ਹਾਂ ਲਫ਼ਜ਼ ਹੈਗਾ ਆਨੰਦ। ਹੁਣ ਜਰਾ ਜਿਹਾ ਰੋਟੀ ਖਾ ਲੈਂਦਾ ਬੰਦਾ, ਜਰਾ ਜਿਹਾ ਤੇ ਕੋਮੇ ਕਹਿੰਦੇ ਆਨੰਦ ਆ ਗਿਆ, ਆਨੰਦ ਆ ਗਿਆ। ਹੁਣ ਉਸ ਆਨੰਦ ਨੂੰ ਜੇ ਗੁਰਬਾਣੀ ਦੇ ਟਰਮ 'ਚ ਸਮਝਾਂਗੇ ਅਸੀਂ, ਗੁਰਬਾਣੀ ਕਹਿੰਦੀ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਰਾ ਜੀ ਗੱਲ ਤੇ ਅਸੀਂ ਕਹਿੰਦੇ ਆਨੰਦ ਆ ਗਿਆ, ਗੁਰਬਾਣੀ ਕਹਿੰਦੀ ਹੈ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ। ਹੁਣ ਗੁਰਬਾਣੀ ਇਹ ਆਨੰਦ ਦੱਸਦੀ ਹੈ। ਬਸ ਅਸੀਂ ਕਦੀ ਹੋਰ ਕਿਸੇ ਸ਼ਬਦ ਦੇ ਜਾਂ ਕਿਸੇ ਹੋਰ ਸਾਹਮਣੇ ਕੋਈ ਗੱਲ ਆਈ, ਉਹਦੇ 'ਚ ਅਸੀਂ ਸਮਝਾਂਗੇ ਕਿ ਦੁੱਖ ਸੁੱਖ ਆਨੰਦ, ਇਹਦੇ 'ਚ ਕੀ ਫਰਕ ਹੈਗਾ। ਦੁੱਖ ਔਰ ਸੁੱਖ ਦੇ ਵਾਸਤੇ ਨਾ, ਉਹ ਦੁੱਖ ਔਰ ਸੁੱਖ ਐਸੀਆਂ ਚੀਜ਼ਾਂ ਹੈਗੀਆਂ ਜਿਹਦੇ ਵਾਸਤੇ ਇੱਕ ਹੋਰ ਚਾਹੀਦਾ, ਕੋਈ ਦੂਸਰੀ ਚੀਜ਼ ਚਾਹੀਦੀ ਹੈ। ਦੁੱਖ ਵਾਸਤੇ ਕੋਈ ਦੂਸਰੀ ਚੀਜ਼ ਜ਼ਰੂਰ ਚਾਹੀਦੀ ਹੈ, ਤਾਂ ਹੀ ਦੁੱਖ ਆਉਂਦਾ। ਕਿਸੇ ਬੰਦੇ ਕਰਕੇ, ਕਿਸੇ ਰੋਗ ਕਰਕੇ, ਕਿਸੇ ਚੀਜ਼ ਕਰਕੇ, ਕਿਸੇ ਮੌਸਮ ਕਰਕੇ, ਕਿਸੇ ਵੀ ਪਾਲਿਸੀ, ਕੁਝ ਵੀ ਕਹਿ ਲਓ ਕਿ ਇੱਕ ਚੀਜ਼ ਦੂਸਰੀ ਧਿਰ ਹੋਣੀ ਚਾਹੀਦੀ ਹੈ, ਤਾਂ ਕਰਕੇ ਦੁੱਖ ਮਿਲਦਾ ਹੈ। ਇੱਕ ਧਿਰ ਦੂਸਰੀ ਹੋਣੀ ਚਾਹੀਦੀ, ਤਾਂ ਕਰਕੇ ਸੁੱਖ ਮਿਲਦਾ ਹੈ। ਲੇਕਿਨ ਆਨੰਦ ਵਾਸਤੇ ਕੋਈ ਧਿਰ ਦੂਸਰੀ ਨਹੀਂ ਚਾਹੀਦੀ, ਉਹ ਸਿਰਫ ਤੇ ਸਿਰਫ ਆਪਣੇ ਅੰਦਰੋਂ ਆਉਂਦਾ ਹੈ। ਉਹਦੇ ਵਾਸਤੇ ਕੋਈ ਦੂਜਾ ਨਹੀਂ ਚਾਹੀਦਾ। ਇਹ ਆਨੰਦ ਦੀ ਪਰਿਭਾਸ਼ਾ। ਆਨੰਦ ਕੇਵਲ ਤੇ ਕੇਵਲ ਆਪਣੇ ਆਪ ਦੇ ਵਿੱਚੋਂ, ਆਪਣੇ ਅੰਦਰੋਂ ਪੈਦਾ ਹੁੰਦਾ ਹੈ। ਦੂਸਰੇ ਤੋਂ ਆਨੰਦ ਆ ਹੀ ਨਹੀਂ ਸਕਦਾ ਕਿਸੇ ਚੀਜ਼। ਸੋ ਇਹ ਬੜੀਆਂ ਸਾਰੀ ਟਰਮਸ ਹੈਗੀਆਂ ਸੀ ਜਿਹੜੀਆਂ ਗੁਰਬਾਣੀ ਦੇ ਜਦੋਂ ਅਸੀਂ ਸਿਧਾਂਤ ਸਮਝਾਂਗੇ, ਸਾਨੂੰ ਕੀ ਕਰਕੇ ਸਮਝ ਆਏਗੀ। ਹੁਣ ਬੇਸਿਕ ਰੂਪ ਦੇ ਜੇ ਅਸੀਂ ਦਰਸ਼ਨ ਨੂੰ ਅਸੀਂ ਸਮਝੀਏ,
ਤੇ ਦਰਸ਼ਨ ਦਾ ਅਗਰ ਲਿਟਰਲੀ ਮੀਨਿੰਗ ਅਸੀਂ ਪੜ੍ਹੀਏ, ਬਿਲਕੁਲ ਸਾਦੇ ਲੇਮਨ ਭਾਸ਼ਾ ਦੇ ਵਿੱਚ ਕਿਸੇ ਡਿਕਸ਼ਨਰੀ ਖੋਲ ਕੇ ਦੇਖੀਏ ਕਿ ਦਰਸ਼ਨ ਦਾ ਕੀ ਲਫ਼ਜ਼ ਅਰਥ ਕੀ ਬਣਦਾ, ਤਾਂ ਦਰਸ਼ਨ ਦਾ ਅਗਰ ਇੰਗਲਿਸ਼ ਵਿੱਚ ਲਫ਼ਜ਼ ਦਾ ਅਰਥ ਬਣਦਾ ਫਿਲਾਸਫੀ। ਫਿਲਾਸਫੀ ਮਤਲਬ ਗ੍ਰੀਕ ਭਾਸ਼ਾ ਦਾ ਲਫ਼ਜ਼ ਹੈਗਾ ਫਿਲਾਸਫੀ। ਫਿਲੋਸ ਕਹਿੰਦੇ ਨੇ ਪ੍ਰੇਮ ਨੂੰ, ਉਹ ਸੋਫੀਆ ਕਹਿੰਦੇ ਨੂੰ ਗਿਆਨ ਨੂੰ। ਪ੍ਰੇਮ ਦਾ, ਪਰਮਾਤਮਾ ਦਾ, ਗਿਆਨ ਨੂੰ ਫਿਲਾਸਫੀ ਕਹਿੰਦੇ ਨੇ। ਇਹਦਾ ਹੁਣ ਇਸ ਟਰਮਸ ਨੂੰ ਜੇ ਅਸੀਂ ਉਸ ਗੁਰਬਾਣੀ ਦੇ ਸਿਧਾਂਤ ਦੇ ਨਾਲ ਜਦੋਂ ਮੈਚ ਕਰਕੇ ਸਮਝਦੇ ਹਾਂ ਤਾਂ ਸਾਨੂੰ ਗੱਲ ਜ਼ਿਆਦਾ ਸਮਝ ਆਏਗੀ। ਔਰ ਜੋ ਨਿਰੰਤਰ ਇਸ ਆਤਮ ਚਿੰਤਨ ਨੂੰ, ਆਤਮ ਗਿਆਨ ਨੂੰ ਜਿਹੜਾ ਸਮਝਦਾ, ਪੜ੍ਹਦਾ, ਜਾਣਨ ਦੀ ਕੋਸ਼ਿਸ਼ ਕਰਦਾ, ਉਹਨੂੰ ਕਹਿੰਦੇ ਫਿਲਾਸਫਰ। ਸੋ ਫਿਲਾਸਫੀ ਨੂੰ ਅਸੀਂ ਇਹਨੂੰ ਦਰਸ਼ਨ ਗਿਆਨ ਕਹਿੰਦੇ ਨੇ, ਦਰਸ਼ਨ ਸ਼ਾਸਤਰ, ਬੜਾ ਸਾਰਾ। ਫਿਰ ਦਰਸ਼ਨ ਤੋਂ ਕਈ ਕਈ ਲਫ਼ਜ਼ ਅਸੀਂ ਅੱਗੇ ਮਿਲਦੇ ਚਲੇ ਜਾਣਗੇ। ਸੋ ਉਹ ਮਨੁੱਖ ਜਿਹੜਾ ਇਹ ਆਤਮ ਚਿੰਤਨ ਕਰਦਾ, ਭਾਵ ਆਤਮ ਦਰਸ਼ਨ ਜਿਹਨੂੰ ਕਹਿੰਦੇ ਆ। ਆਤਮ ਦਰਸ਼ਨ ਦਾ ਮਤਲਬ ਹੁੰਦਾ ਆਤਮਾ ਦੀ ਚਿੰਤਨ ਕਰਨਾ, ਆਤਮ ਗਿਆਨ ਲੈਣਾ। ਉਹ ਇਸ ਅੰਦਰ ਧਿਆਨ ਹੋ ਕੇ, ਅੰਦਰ ਜਾਂ ਗਹਿਰੇ ਗਿਆਨ ਦੇ ਵਿੱਚ ਇਹ ਸੋਚਦਾ ਕਿ ਮਨੁੱਖ ਕੀ ਹੈ, ਮੈਂ ਇਸ ਧਰਤੀ ਤੇ ਕਿਉਂ ਆਇਆ, ਪਰਮਾਤਮਾ ਕੀ ਹੈ, ਸ੍ਰਿਸ਼ਟੀ ਕੀ ਹੈ। ਇਹ ਸਾਰੀਆਂ ਗੱਲਾਂ ਦੀ ਜਿਹੜੀ ਖੋਜ ਕਰਦਾ ਨਾ, ਉਸ ਖੋਜ ਨੂੰ ਕਹਿੰਦੇ ਨੇ ਫਿਲਾਸਫੀ ਦੀ ਖੋਜ, ਉਹਨੂੰ ਕਹਿੰਦੇ ਨੇ ਦਰਸ਼ਨ ਕਰਨਾ। ਦਰਸ਼ਨ, ਇਹ ਬੰਦਾ ਦਰਸ਼ਨ ਕਰ ਰਿਹਾ, ਭਾਵ ਫਿਲਾਸਫੀ ਖੋਜ ਰਿਹਾ, ਉਸ ਗਿਆਨ ਨੂੰ ਦੀ ਖੋਜਣ ਦੀ ਕੋਸ਼ਿਸ਼ ਕਰ ਰਿਹਾ, ਫਿਲਾਸਫਰ ਹੈ, ਦਾਰਸ਼ਨਿਕ ਹੈ। ਦਰਸ਼ਨ ਕਰਨ ਵਾਲਾ ਦਾਰਸ਼ਨਿਕ, ਫਿਲਾਸਫੀ ਨੂੰ ਸਮਝਣ ਵਾਲਾ ਫਿਲਾਸਫਰ। ਔਰ ਇਸ ਗਹਿਰਾਈ ਦੇ ਵਿੱਚ ਸਮਝਣ ਵਾਲੇ ਨੂੰ ਕਹਿੰਦੇ ਨੇ ਦਰਸ਼ਨ ਕਰਨਾ, ਜਾਂ ਦਾਰਸ਼ਨਿਕ, ਜਾਂ ਦਰਸ਼ਨ ਵੱਲ ਵਧਣਾ। ਸੋ ਇਹ ਅਨੁਭਵ ਹੋ ਜਾਣਾ ਕਿਸੇ ਵੀ ਸੱਚ ਦਾ। ਮੇਨ ਅਗਰ ਸਾਦੇ ਭਾਸ਼ਾ 'ਚ ਲਿਖੀਏ ਕਿ ਸੱਚ ਦਾ ਜਿਹੜਾ ਅਨੁਭਵ ਹੋ ਜਾਣਾ ਨਾ, ਉਹਨੂੰ ਕਹਿੰਦੇ ਨੇ ਦਰਸ਼ਨ। ਵੈਸੇ ਤਾਂ ਛੋਟੇ ਮੋਟੇ ਦਾਰਸ਼ਨਿਕ ਜਿਹੜੇ ਨੇ ਉਹ ਅਸੀਂ ਸਾਰੇ ਹੀ ਹਾਂ। ਇਹ ਮਤਲਬ ਬਿਲਕੁਲ ਜੇ ਅਸੀਂ ਉਸ ਗਹਿਰੀਆਂ ਗੱਲਾਂ ਦੇ ਵਿੱਚ ਨਹੀਂ ਵੀ ਕੋਈ ਜਾਂਦਾ, ਪਰਮਾਤਮਾ ਕੀ ਹੈ ਜਾਂ ਮਨੁੱਖ ਕੀ ਹੈ, ਧਰਤੀ ਤੇ ਕਿਉਂ ਆਇਆ, ਲੇਕਿਨ ਸੱਚ ਦੀ ਖੋਜ ਹਰ ਇੱਕ ਬੰਦਾ ਕਰਦਾ ਹੈ। ਸੱਚ ਦੀ ਖੋਜ ਕੀ ਹੈ? ਸੱਚ ਦੀ ਖੋਜ ਹੈ ਕਿ ਇੱਕ ਰੇਹੜੀ ਤੋਂ ਜਦੋਂ ਫਰੂਟ ਲੈਣ ਜਾਂਦੇ ਆ ਨਾ, ਉਹ ਇੰਨੇ ਸਾਰੇ ਢੇਰ ਫਰੂਟਾਂ ਦੇ ਵਿੱਚੋਂ ਸਹੀ ਫਰੂਟ ਕੱਢਣਾ, ਇਹ ਵੀ ਸੱਚ ਦੀ ਖੋਜ ਹੀ ਹੈ। ਛੋਟੀ ਮੋਟੀ ਅਸੀਂ ਸਮਝਦੇ ਹਾਂ। ਪੂਰੀ ਰੇਹੜੀ ਦੇ ਵਿੱਚੋਂ ਅਸੀਂ ਆਪਣੀ ਵਧੀਆ ਜਿਹੜੀ ਚੀਜ਼ ਕੱਢਦੇ ਹਾਂ ਨਾ, ਇਹ ਸੱਚ ਹੀ ਹੈ ਨਾ, ਉਹ ਠੀਕ ਚੀਜ਼ ਹੈ ਨਾ। ਜੋ ਠੀਕ ਚੀਜ਼ ਦੀ ਖੋਜ ਕਰਨੀ ਜਿਹੜੀ ਹੈ, ਇਹਨੂੰ ਸਾਦੇ ਭਾਸ਼ਾ ਵਿੱਚ ਸਮਝੀਏ ਕਿ ਠੀਕ ਚੀਜ਼, ਸਹੀ ਗੱਲ ਦੀ ਖੋਜ ਕਰਨੀ, ਇਹਨੂੰ ਕਹਿੰਦੇ ਨੇ ਫਿਲਾਸਫੀ ਜਾਂ ਦਾਰਸ਼ਨਿਕ ਜਾਂ ਦਰਸ਼ਨ ਕਰਨਾ। ਸੋ ਹੁਣ ਇੱਥੋਂ ਸਾਨੂੰ ਪਤਾ ਲੱਗ ਗਿਆ ਕਿ ਦਰਸ਼ਨ ਦਾ ਸਿੱਧਾ ਜਿਹੜਾ ਕਨੈਕਸ਼ਨ ਹੈ ਨਾ, ਉਹ ਹੈਗਾ ਗਿਆਨ ਦੇ ਨਾਲ। ਕੇਵਲ ਤੇ ਕੇਵਲ ਗਿਆਨ, ਸੱਚਾ ਗਿਆਨ। ਹੁਣ ਗਿਆਨ ਔਰ ਸੱਚੇ ਗਿਆਨ 'ਚ ਵੀ ਫਰਕ ਹੈਗਾ। ਗਿਆਨ ਦੇ ਨਾਲ, ਸਾਇੰਸ ਦੇ ਨਾਲ, ਲੌਜਿਕ ਦੇ ਨਾਲ, ਇਸ ਦਾ ਸੰਬੰਧ ਸਿੱਧਾ ਦਰਸ਼ਨ ਦਾ ਹੈਗਾ। ਇਸ ਤੋਂ ਮਤਲਬ ਇਹ ਜਿਉਂ ਅਸੀਂ ਟਰਮ ਸਮਝਦੇ ਜਾਵਾਂਗੇ, ਤਿਉਂ ਸਾਡਾ ਜਿਹੜਾ ਨਾ, ਉਹ ਅੱਖਾਂ ਨਾਲ ਦੇਖਣ ਵਾਲਾ ਦਰਸ਼ਨ ਦਾ ਕਨੈਕਸ਼ਨ ਟੁੱਟਦਾ ਜਾਏਗਾ। ਜੋ ਅਸੀਂ ਇਸ ਟਰਮ ਨੂੰ ਸਹੀ ਢੰਗ ਨਾਲ ਸਮਝਦੇ ਹਾਂ, ਫਿਰ ਸਾਨੂੰ ਸਮਝ ਆਉਂਦੀ ਹੈ ਕਿ ਕੇਵਲ ਅੱਖਾਂ ਦੇ ਨਾਲ ਦਰਸ਼ਨ ਨੂੰ ਦਰਸ਼ਨ ਨਹੀਂ ਕਹਿੰਦੇ। ਅੱਖਾਂ ਦੇ ਨਾਲ ਦਰਸ਼ਨ ਤੋਂ ਬਾਅਦ ਜਿਹੜੇ ਉਹਦੇ ਅੰਦਰ ਦੀ ਸੱਚਾਈ ਲੱਭਣੀ ਹੈ ਨਾ, ਉਹ ਅਸਲ ਦਰਸ਼ਨ ਹੈ। ਹੁਣ ਇਹਨੂੰ ਸਮਝਣ ਵਾਸਤੇ ਸੋ ਦਰਸ਼ਨ ਦਾ ਮਤਲਬ ਹੋ ਗਿਆ ਫਿਲਾਸਫੀ, ਕਿਸੇ ਦਾ ਫਲਸਫਾ। ਇਹਦਾ ਮਤਲਬ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਐਗਜ਼ਾਮਪਲ ਲਈਏ, ਸਮਝੀਏ, ਭਾਈ ਗੁਰਦਾਸ ਜੀ ਦੀ ਵਾਰਾਂ, ਉਸ ਵਾਰਾਂ ਦੇ ਵਿੱਚ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਸਿੱਧਾਂ ਕੋਲ ਗਏ, ਤੇ ਸਿੱਧਾਂ ਨੇ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਯੋਗਤਾ ਦੇਖੀ ਕਿ ਇਹ ਬਹੁਤ ਯੋਗ ਬੰਦਾ ਹੈ, ਤੇ ਉਹਨਾਂ ਨੇ ਇੱਕ ਖਿਆਲ ਆਇਆ ਕਿ ਵੀ ਸਾਡਾ ਯੋਗ ਮਤ, ਉਹ ਬੜਾ ਚਾਹੁੰਦੇ ਸੀ ਕਿ ਵੀ ਸਾਰੀ ਦੁਨੀਆ ਯੋਗ ਮਤ ਫੈਲੇ, ਹਰ ਕੋਈ ਚਾਹੁੰਦਾ। ਤੇ ਉਹਨਾਂ ਨੇ ਸੋਚਿਆ ਕਿ ਇਹ ਜਿਹੜਾ ਬੱਚਾ, ਉਹਨਾਂ ਦੇ ਸਾਹਮਣੇ ਤੇ ਬੱਚਾ ਹੀ ਸੀ। ਗੁਰੂ ਨਾਨਕ ਸਾਹਿਬ ਦੀ ਉਮਰ ਏਜ ਦੇ ਹਿਸਾਬ ਨਾਲ ਕਹੀਏ, ਜੋ ਵੀ ਹੈ ਏਜ ਦੇ ਹਿਸਾਬ ਨਾਲ, ਤੇ ਉਹ ਕਹਿੰਦੇ ਹਾਂ, ਉਹ ਬਾਲਕ ਕਹਿ ਕੇ ਕਹਿੰਦੇ ਨੇ, ਉਹ ਕਹਿੰਦੇ ਇਹ ਬੱਚਾ ਜਿਹੜਾ ਹੈ ਬੜਾ ਛੋਟੀ ਉਮਰ ਦਾ, ਜੇ ਇਹ ਸਾਡੇ ਫਲਸਫੇ ਨੂੰ ਲੈ ਲਵੇ, ਜੇ ਇਹ ਸਾਡੇ ਵਿੱਚ ਆ ਜਾਏ,
ਤੇ ਸਾਡਾ ਜਿਹੜਾ ਮਤ ਜਿਹੜਾ ਹੈ ਉਹ ਸਾਰੀ ਦੁਨੀਆ 'ਚ ਫੈਲ ਸਕਦਾ। ਉਹਨਾਂ ਨੇ ਮਤਲਬ ਉਹਨਾਂ ਦੀ ਕੋਈ ਗੁਣ ਦੇਖ ਕੇ ਸਮਝ ਲਾ ਲਈ ਕਿ ਵੀ ਇਹ ਬੰਦਾ, ਇਹ ਜਿਹੜਾ ਹੈ ਨਾ ਮੁੰਡਾ ਆਇਆ, ਇਹ ਹੈ ਬੜਾ ਗੁਣੀ। ਹੁਣ ਉਹ ਹੈ ਜਿਹੜੀ ਸੋਚ ਲੈਣਾ, ਉਹ ਚਾਹੁੰਦੇ ਨੇ ਕਿ ਸਾਡਾ ਫਿਲਾਸਫਾ ਜਿਹੜਾ ਇਸ ਬੱਚੇ ਦੇ ਵਿੱਚ ਕਿਸ ਤਰ੍ਹਾਂ ਜਾਏ। ਤੇ ਉੱਥੇ ਵੀ ਲਫ਼ਜ਼ ਜਿਹੜਾ ਭਾਈ ਗੁਰਦਾਸ ਨੇ ਦਰਸ਼ਨ ਲਫ਼ਜ਼ ਯੂਜ਼ ਕੀਤਾ। ਕਹਿੰਦੇ ਸਿੱਧੀ ਮਨੇ ਵਿਚਾਰਿਆ ਕਿਵ ਦਰਸ਼ਨ ਇਹ ਲੇਵੇ ਬਾਲਾ, ਐਸਾ ਜੋਗੀ ਕਲੀ ਮੇ ਹਮਰਾ ਪੰਥ ਕਰਿਓ ਜਿਆਰਾ। ਹੁਣ ਉੱਥੇ ਦਰਸ਼ਨ ਦਾ ਮਤਲਬ ਹੋ ਗਿਆ ਕਿ ਸਾਡੀ ਫਿਲਾਸਫੀ, ਸਾਡਾ ਸਿਧਾਂਤ ਜੇ ਇਹਦੇ ਕੋਲ ਆ ਜਾਏ, ਇਹ ਬਾਲੇ ਕੋਲ ਚਲਾ ਜਾਏ, ਤੇ ਸਾਡਾ ਪੰਥ ਜਿਹੜਾ ਬੜਾ ਉਜਲਾ ਹੋ ਸਕਦਾ। ਸੋ ਸਾਡਾ ਹਿਸਟਰੀ ਵੱਲ ਗੱਲ ਨਹੀਂ ਹੈਗੀ, ਸਾਡਾ ਮਕਸਦ ਹੈਗਾ ਕਿ ਉਸ ਲਫ਼ਜ਼ ਨੂੰ ਵੀ ਭਾਈ ਗੁਰਦਾਸ ਜੀ ਨੇ ਦਰਸ਼ਨ ਲਫ਼ਜ਼ ਯੂਜ਼ ਕੀਤਾ ਕਿ ਦਰਸ਼ਨ ਇਹ ਲੇਵੇ ਬਾਲਾ। ਸਾਡਾ ਦਰਸ਼ਨ ਜਿਹੜਾ ਹੈ, ਸਾਡਾ ਫਿਲਾਸਫੀ ਜਿਹੜੀ ਹੈ, ਉਹ ਕਿਸ ਤਰ੍ਹਾਂ ਲੈ ਚੁੱਕੇ। ਸੋ ਇੱਥੋਂ ਸਮਝ ਆਈ ਕਿ ਜਿਹੜਾ ਅੰਤਰ ਦਾ ਜਿਹੜਾ ਗਿਆਨ ਹੈ ਨਾ, ਭਾਵ ਅੱਖਾਂ ਦੇ ਨਾਲ ਦੇਖਣ ਵਾਲੀ ਗੱਲ ਨਹੀਂ, ਜਿਹੜਾ ਅੱਖਾਂ ਤੋਂ ਦੇਖਣ ਤੋਂ ਬਾਅਦ ਉਹਦੇ ਪਿੱਛੇ ਦੀ ਜਿਹੜੀ ਸਮਝ ਹੈ, ਉਸ ਸਮਝ ਨੂੰ ਜਿਹੜਾ ਹੈਗਾ ਉਹ ਐਕਚੁਅਲ ਦਰਸ਼ਨ ਕਹਿੰਦੇ ਨੇ, ਜਿਹਨੂੰ ਕਹਿੰਦੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਉਹ ਸੁਰਤ ਜਿਹੜੀ ਲੋਇਣ ਦੀ ਜਿਹੜੀ ਸੁਰਤ ਨੇ ਨਾ, ਉਹ ਸੁਰਤ ਦੇ ਜਿਹੜੇ ਲੋਇਣ ਨੇ, ਸੁਰਤ ਦੇ ਜਿਹੜੇ ਲੋਇਣ ਨੇ, ਸੁਰਤ ਦੀਆਂ ਜਿਹੜੀਆਂ ਅੱਖਾਂ ਉਹ ਜੋ ਦੇਖ ਪਾਉਂਦੀਆਂ ਨਾ, ਉਹ ਐਕਚੁਅਲ ਦਰਸ਼ਨ ਹੈਗੇ ਨੇ। ਇਹ ਅੱਖਾਂ ਦੇ ਨਾਲ ਦੇਖਣਾ ਦਰਸ਼ਨ ਨਹੀਂ ਹੈ, ਇਹ ਬਾਹਰਮੁਖੀ ਦਰਸ਼ਨ ਹੈ, ਬਾਹਰਮੁਖੀ। ਸੋ ਜਿਸ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ, ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਸਮਝਿਆ, ਉਸਨੇ ਸਮਝੋ ਗੁਰੂ ਨਾਨਕ ਦੇ ਦਰਸ਼ਨ ਕੀਤੇ। ਇਹ ਐਕਚੁਅਲ ਦੀ ਦਰਸ਼ਨ। ਜਿਹਨੇ ਜਿਸ ਅਗਰ ਮੰਨ ਲਓ ਬੁੱਧ ਦੀ ਫਿਲਾਸਫੀ ਨੂੰ ਸਮਝਿਆ ਕਿਸੇ ਨੇ, ਤੇ ਤਾਂ ਮਤਲਬ ਬੁੱਧ ਦੇ ਦਰਸ਼ਨ ਕਰ ਰਿਹਾ। ਬੁੱਧ ਦਾ ਦਰਸ਼ਨ, ਗੁਰੂ ਨਾਨਕ ਸਾਹਿਬ ਦਾ ਦਰਸ਼ਨ, ਜਾਂ ਕਿਸੇ ਵੀ ਫਲਸਫੇ ਦਾ, ਕਿਸੇ ਦੇ ਸਿਧਾਂਤ ਨੂੰ ਸਮਝਣਾ ਭਾਵ ਉਸ ਦੇ ਦਰਸ਼ਨ ਕਰਨਾ ਹੈ। ਹੁਣ ਜਿਨ੍ਹਾਂ ਨੇ ਥੋੜਾ ਜਿਹਾ ਨੂੰ ਸਮਝੀ ਕਿ ਅਸੀਂ ਜਦੋਂ ਅਸੀਂ, ਮੈਂ ਚਾਹੁੰਦਾ ਕਿ ਸਾਡਾ ਨਾ ਬਿਲਕੁਲ ਉਸ ਜਿਹੜੀ ਇੱਕ ਗਲਤ ਧਾਰਨਾ ਬਣੀ ਹੋਈ ਨਾ ਅੱਖਾਂ ਦੇ ਦਰਸ਼ਨ ਨੂੰ, ਉਸ ਧਾਰਨਾ ਨੂੰ ਅੱਜ ਉੱਥੋਂ ਤੋੜ ਦਈਏ। ਅੱਜ ਇਹ ਹੁਣੇ ਅਸੀਂ ਜ਼ਿਕਰ ਕਰ ਰਹੇ ਹਾਂ ਫੋਟੋ ਦਾ, ਠੀਕ ਹੈ, ਅਸੀਂ ਫੋਟੋ ਤੇ ਬਾਅਦ ਚ ਆਵਾਂਗੇ। ਅੱਜ ਫੋਟੋ ਤੋਂ ਵੀ ਲੋਕੀ ਕਹਿੰਦੇ ਨੇ ਕਿ ਦਰਸ਼ਨ ਕਰ ਲੈਣੇ। ਜਿਨ੍ਹਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਦਰਸ਼ਨ ਕੀਤੇ ਨੇ, ਉਹਨਾਂ ਦੇ ਹੁੰਦੇ 100% ਉਹ ਵੀ ਚੇਂਜ ਨਹੀਂ ਹੋਏ। ਜਿਨ੍ਹਾਂ ਵੀ ਦਰਸ਼ਨ ਕੀਤੇ, ਫੋਟੋ ਤੇ ਬੜੀ ਦੂਰ ਦੀ ਗੱਲ ਹੈ ਯਾਰ। ਆਪਣਾ ਬੱਚਾ ਸ੍ਰੀ ਚੰਦ ਨੇ ਨਹੀਂ ਦੇਖਿਆ ਹੋਏਗਾ ਗੁਰੂ ਨਾਨਕ ਸਾਹਿਬ ਨੂੰ, ਜਾਂ ਪ੍ਰਿਥੀ ਚੰਦ ਨੇ ਗੁਰੂ ਨਾਨਕ ਸਾਹਿਬ ਨੂੰ ਨਾ ਦੇਖਿਆ ਹੋਏਗਾ, ਜਾਂ ਤੀਰ ਮੱਲ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾ ਦੇਖਿਆ ਹੋਏਗਾ। ਹੁਣ ਛੋਟਾ ਜਿਹਾ ਐਗਜ਼ਾਮਪਲ ਲਈਏ, ਦੇਖਣਾ ਦਰਸ਼ਨ ਹੈ ਜਾਂ ਉਹਦੇ ਸਿਧਾਂਤ ਨੂੰ ਸਮਝਣਾ ਦਰਸ਼ਨ ਹੈ। ਇਹ ਤਾਂ ਬੜਾ ਕਲੀਅਰ ਐਗਜ਼ਾਮਪਲ ਹੈਗਾ ਸਾਡੇ ਕੋਲ। ਸੱਜਣ ਠੱਗ ਗੁਰੂ ਨਾਨਕ ਸਾਹਿਬ ਉਹਦੇ ਕੋਲ ਗਏ ਨੇ, ਔਰ ਫਿਰ ਉਹਨੇ ਸ਼ਬਦ ਸੁਣਿਆ। ਸ਼ਬਦ ਸੁਣ ਕੇ ਬਦਲਿਆ ਜਾਂ ਦੇਖ ਕੇ ਬਦਲਿਆ? ਦੇਖਿਆ ਤਾਂ ਪਹਿਲੇ ਨਾ, ਦੇਖਿਆ ਪਹਿਲੇ, ਦੇਖਿਆ ਨਾ ਅੱਖਾਂ ਨਾਲ, ਦੇਖ ਕੇ ਨਹੀਂ ਬਦਲਿਆ, ਸ਼ਬਦ ਸੁਣ ਕੇ ਬਦਲਿਆ। ਸੋ ਜਦੋਂ ਸ਼ਬਦ ਸੁਣਿਆ ਨਾ ਉਹਨੇ, ਤਾਂ ਉਹਦਾ ਸਮਝੋ ਕਿ ਉਹਨੇ ਦਰਸ਼ਨ ਕੀਤੇ। ਇਹ ਉਹਨੇ ਦਰਸ਼ਨ ਭਾਵ ਉਸ ਸਿਧਾਂਤ ਨੂੰ ਸਮਝਿਆ, ਅੱਖਾਂ ਨਾਲ ਤਾਂ ਬੜਿਆ ਨੇ ਦੇਖਿਆ। ਉਹ ਦੁਨੀ ਚੰਦ ਤੇ ਬਚਿੱਤਰ ਸਿੰਘ ਜੀ ਅਸੀਂ ਗੱਲ ਸਮਝਦੇ ਹਾਂ। ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਉਹ ਨਾਗਨੀ ਬਰਛੀ ਦੇ ਕੇ, ਉਹਨੇ ਦਰਸ਼ਨ ਨਹੀਂ ਕੀਤੇ। ਉਹਨੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਹਿਲੇ ਉਹਨੂੰ ਕਿਹਾ ਸੀ ਕਿ ਤੂੰ ਹਾਥੀ ਦਾ ਮੁਕਾਬਲਾ ਕਰਨਾ ਹੈ, ਦੇਖਿਆ ਤਾਂ ਦੋਨਾਂ ਨੇ। ਜੇ ਦੇਖ ਕੋ ਕਹਿੰਦੇ ਨੇ ਗੁਰੂ ਦੇਖ ਕੇ ਬੜੀ ਤਾਕਤ ਮਿਲਦੀ ਹੈ, ਤੇ ਦੇਖਿਆ ਤਾਂ ਉਹਨੇ ਵੀ ਹੋਏਗਾ। ਕੁਝ ਨਹੀਂ ਮਿਲਿਆ ਉਹਨੂੰ, ਉਹ ਭੱਜ ਗਿਆ। ਸੋ ਜਿਤਨੀਆਂ ਵੀ ਅਸੀਂ ਸਾਰੀਆਂ ਟਰਮ ਸਮਝਾਂਗੇ, ਗੁਰੂ ਨਾਨਕ ਸਾਹਿਬ ਦੀ ਅਸੀਂ ਫੋਟੋ ਬਣਾ ਕੇ ਅਸੀਂ ਉਹ ਪੇਸ਼ ਕਰ ਦਿੱਤੀ ਕਿ ਦਰਸ਼ਨ ਕਰ ਲਓ। ਘਰਾਂ 'ਚ ਵੀ ਲਿਆਂਦੀ, ਮੂਰਤੀਆਂ ਵੀ ਲੱਗ ਗਈਆਂ ਹੁਣ ਤੇ, ਹੋਰ ਵੀ ਅੱਗੇ ਬੜਾ ਕੁਝ ਹੋ ਰਿਹਾ। ਪਰ ਜਿਹੜੇ ਗੁਰੂ ਨਾਨਕ ਸਾਹਿਬ ਦੀ ਮੂਰਤੀ ਬਣਾ ਕੇ, ਕੱਲ ਵੀ ਗੱਲ ਕਰ ਰਹੇ ਸੀ, ਜਿਹੜੇ ਗੁਰੂ ਨਾਨਕ ਸਾਹਿਬ ਦੀ ਜੋ ਮੂਰਤੀ, ਮਤਲਬ ਬੱਚੇ ਨੂੰ ਵੀ ਗੱਲ ਕਰੋ ਨਾ, ਕਿਸੇ ਨੂੰ ਵੀ ਗੁਰੂ ਨਾਨਕ ਸਾਹਿਬ, ਤੇ ਉਹਦੇ ਦਿਮਾਗ ਦੇ ਵਿੱਚ ਇੱਕਦਮ ਉਹ ਫੋਟੋ ਆ ਜਾਂਦੀ ਹੈ। ਇਤਨਾ ਸਾਨੂੰ ਫੋਟੋ ਦੇ ਨਾਲ ਜੋੜ ਦਿੱਤਾ ਗਿਆ। ਜਿਸ ਤਰ੍ਹਾਂ ਅਸੀਂ ਬੱਚੇ ਨੂੰ ਕਹਿੰਦੇ ਨਾ ਐਪਲ, ਤੇ ਐਪਲ ਦੀ ਇੱਕ ਇਮੇਜ ਦਿਮਾਗ 'ਚ ਆ ਜਾਂਦੀ ਸਾਡੇ।
ਜੇ ਕਹਾਂਗੇ ਐਲੀਫੈਂਟ ਦੀ ਇਮੇਜ, ਇੱਕ ਫੋਟੋ ਸਾਡੇ ਦਿਮਾਗ 'ਚ ਉਸੇ ਟਾਈਮ ਆ ਜਾਂਦੀ ਹੈ ਕਿ ਹਾਂ ਵੀ ਇਹ ਐਲੀਫੈਂਟ, ਕਿਉਂਕਿ ਸਾਨੂੰ ਫੋਟੋ ਦੇ ਦਿਖਾ ਕੇ ਉਹੀ ਪੜਾਇਆ ਗਿਆ। ਤੇ ਜਿਉਂ ਹੀ ਅਸੀਂ ਗੁਰੂ ਨਾਨਕ ਸਾਹਿਬ ਕਿਸੇ ਬੱਚੇ ਨੂੰ ਵੀ ਦੱਸਦੇ ਆ ਨਾ ਜਾਂ ਕਿਸੇ ਨੂੰ ਵੀ ਦੱਸਿਆ ਨਾ, ਉਹ ਇੱਕਦਮ ਉਹਦੀ ਇਮੇਜ ਦਿਮਾਗ 'ਚ ਆਈ ਆਉਂਦੀ ਹੈ। ਕੀ ਆਉਂਦੀ ਹੈ ਜੀ? ਗੋਲ ਪਗੜੀ ਬੰਨੀ ਹੋਈ, ਮਾਲਾ ਪਕੜੀ ਹੋਈ, ਹੱਥ 'ਚ ਲੋਟਾ ਜਾਂ ਸਾਈਡ ਤੇ ਲੋਟਾ ਪਿਆ ਹੋਇਆ, ਅੱਖਾਂ ਬੰਦ ਕਰਕੇ ਅਸੀਂ ਅੱਖਾਂ ਦੀਆਂ ਬੰਦ, ਅੱਧੀਆਂ ਖੁੱਲੀਆਂ, ਹਾਂ ਬੜੀਆਂ ਕੁਛ। ਹੁਣ ਉਸ ਫੋਟੋ ਨੂੰ ਧਿਆਨ 'ਚ ਰੱਖੋ ਔਰ ਗੁਰਬਾਣੀ ਦੇ ਕੰਪੇਅਰ ਕਰੋ ਸਾਹਮਣੇ, ਬਿਲਕੁਲ ਫੋਟੋ ਬਰਾਬਰ ਮਿਲਦੀ ਹੈ। ਗੁਰਬਾਣੀ ਕਹਿੰਦੀ ਹੈ ਗੱਜ ਸਾਢੇ ਤੈ ਧੋਤੀਆਂ ਤੇਰੇ ਪਾਏ ਤੱਕ, ਉਹ ਧੋਤੀਆਂ ਬੰਨੀਆਂ ਹੋਈਆਂ, ਧੋਤੀਆਂ ਵਾਲੇ ਗੁਰੂ ਨਾਨਕ ਸਾਹਿਬ ਦਿਖਾਇਆ। ਗਲੀ ਜਿਨਾ ਜਪ ਮਾਲੀਆਂ, ਲੋਟੇ ਹੱਥ ਨਿਬੱਗ ਹੁੰਦਾ ਬਿਲਕੁਲ, ਅੱਖਾਂ ਅੱਧੀਆਂ ਵੱਲ ਨਦੀਆਂ ਮਸਤੀ ਦੇ ਝੂੰਦਾ ਹੋਇਆ ਕੋਈ, ਇਹ ਨਿਬੱਗ ਇਹੀ ਫੋਟੋ ਬਣਦੀ ਹੈ। ਗਲੀ ਜਿਨਾ ਜਪ ਮਾਲੀਆਂ, ਲੋਟੇ ਹੱਥ ਨਿਬੱਗ ਧੋਤੀਆਂ। ਹੁਣ ਇਹਦੇ ਬਾਰੇ ਕਹਿੰਦੇ ਨੇ ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਇਹ ਠੱਗ ਵਾਲੀ ਫੋਟੋ ਅਸੀਂ ਗੁਰੂ ਨਾਨਕ ਸਾਹਿਬ ਦੀ ਬਣਾ ਕੇ ਸਾਹਮਣੇ ਰੱਖ ਦਿੱਤੀ। ਅੱਗੇ ਕਹਿੰਦੇ ਐਸੇ ਸੰਤ ਨਾ ਮੁੱਕੋ ਭਾਵੇ। ਇਹ ਗੁਰਬਾਣੀ ਦੱਸਦੀ ਸਾਨੂੰ, ਤੇ ਅਸੀਂ ਉਹੀ ਫੋਟੋ ਦੇ ਦਰਸ਼ਨ ਕਰਦੇ ਰਹਿੰਦੇ ਹਾਂ। ਉਹੀ ਫੋਟੋ ਸਾਡੇ ਸਾਹਮਣੇ ਬਣਾ ਕੇ ਪੇਸ਼ ਕਰ ਦਿੱਤੀ ਗਈ, ਸਾਰੀਆਂ ਫੋਟੋਆਂ ਇਸ ਤਰ੍ਹਾਂ ਬਣਾਤੀ ਗਈਆਂ। ਇਹ ਸਾਡੀ ਹਾਲਤ ਹੈ। ਹੁਣ ਇਹ ਸਾਰੀਆਂ ਗੱਲਾਂ ਨੂੰ ਜਿਉਂ ਅਸੀਂ ਸਮਝਦੇ ਜਾਵਾਂਗੇ ਤਿਉਂ ਸਾਨੂੰ ਇਹ ਸਮਝ ਆਉਂਦਾ ਜਾਏਗਾ ਕਿ ਭਾਵੇਂ ਉਹ ਕੋਡੇ ਰਾਕਸ਼ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਗਏ ਨੇ ਉਹਦੇ ਕੋਲ, ਕੋਡਾ ਰਾਕਸ਼ ਪਹਿਲੇ ਉਹਨੇ ਦੇਖਿਆ ਹੋਏਗਾ। ਹਾਲਾਂਕਿ ਉਹ ਇਤਿਹਾਸ ਦੇ ਵਿੱਚ ਸਾਨੂੰ ਉਸ ਤਰੀਕੇ ਨਾਲ ਦੱਸਿਆ ਜਾਂਦਾ ਕਿ ਕੋਡਾ ਰਾਕਸ਼ ਦੀ ਬੰਦੇ ਖਾ ਜਾਂਦਾ ਸੀ। ਉਹ ਬੰਦੇ ਖਾਣ ਵਾਲੀ ਐਸੀ ਗੱਲ ਨਹੀਂ, ਐਕਚੁਅਲੀ ਸਮਾਜ ਤੋਂ ਸਤਾਏ ਹੋਏ, ਲਤਾੜੇ ਹੋਏ ਇਹ ਕੁਝ ਲੋਕ ਜਿਹੜੇ ਇਹ ਉਹ ਸਮਾਜ ਤੋਂ ਵੱਖਰੇ ਰਹਿਣ ਲੱਗ ਪਏ ਸੀ, ਔਰ ਉਹਨਾਂ ਨੂੰ ਸੁਸਾਇਟੀ ਜਿਹੜੀ ਚੰਗੀ ਨਹੀਂ ਸੀ ਲੱਗਦੀ। ਇੱਕ ਗੁੱਸਾ ਸੀ, ਜੋ ਹੀ ਉਹਨਾਂ ਨੂੰ ਮੌਕਾ ਮਿਲਦਾ ਸੀ ਕਾਮ ਬੰਦੇ ਦੇ ਨਾਲ ਮਿਲਣ ਦਾ ਜਾਂ ਉਹਨਾਂ ਨੂੰ ਮਾਰ ਦਿੰਦੇ ਸੀ। ਐਸੇ ਉਹ ਕੁਝ ਇੱਕ ਸਮਾਜ ਕਹਿ ਲਓ, ਇੱਕ ਧੜਾ ਕਹਿ ਲਓ, ਜਾਂ ਇੱਕ ਕਬੀਲਾ ਕਹਿ ਲਓ, ਜਾਂ ਕੁਝ ਉਸ ਤਰ੍ਹਾਂ ਦੇ ਬੰਦੇ ਬਹੁਤ ਸਾਰੇ ਸੀ ਜਿਹੜੇ ਸਮਾਜ ਨੇ ਬਹੁਤ ਲਤਾੜੇ ਤੇ ਉਹ ਕੱਟ ਕੇ ਪਾਸੇ ਹੋ ਗਏ। ਗੁਰੂ ਨਾਨਕ ਸਾਹਿਬ ਉਹਨਾਂ ਕੋਲ ਗਏ, ਤੇ ਐਸੇ ਕਿਤਨੇ ਹੀ ਐਗਜ਼ਾਮਪਲ ਮਿਲਦੇ ਨੇ ਗੁਰੂ ਸਾਹਿਬ ਦੇ ਜੀਵਨ ਦੇ। ਸਾਰਿਆਂ ਨੇ ਉਹਨਾਂ ਨੇ ਦੇਖਿਆ, ਲੇਕਿਨ ਜਿਸ ਨੇ ਉਸ ਸਿਧਾਂਤ ਨੂੰ ਸਮਝਿਆ, ਸਮਝ ਉਹਨੂੰ ਹੀ ਆਈ ਹੈ। ਸੋ ਐਕਚੁਅਲ ਜਦੋਂ ਦਰਸ਼ਨ ਦੇ ਜੋ ਅਸੀਂ ਉਹ ਪੜ੍ਹਦੇ ਹਾਂ ਨਾ, ਸਮਝਦੇ ਹਾਂ, ਤੇ ਸਾਨੂੰ ਸਮਝ ਆਉਂਦੀ ਹੈ ਕਿ ਦਰਸ਼ਨ ਦਾ ਮਤਲਬ ਹੈਗਾ ਕਿਸੇ ਦੇ ਫਲਸਫੇ ਨੂੰ, ਉਹਦੇ ਸਿਧਾਂਤ ਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਢਾਲ ਲੈਣਾ। ਇਹ ਦਰਸ਼ਨ ਹੈ, ਦੇਖਣ ਦੀ ਗੱਲ ਨਹੀਂ ਹੈਗੀ, ਅੱਖਾਂ ਨਾਲ ਦੇਖਣ ਦੀ ਗੱਲ ਨਹੀਂ। ਮੈਂ ਕੁਝ ਦਿਨ ਪਹਿਲੇ ਇੱਕ ਲੇਖ ਪੜ੍ਹ ਰਿਹਾ ਸੀ ਕਿਸੇ ਬੜਾ ਚੰਗਾ ਲਿਖਾਰੀ ਦਾ, ਉਹ ਕਹਿੰਦੇ ਮੈਂ ਸੁਪਨਾ ਆਇਆ ਮੈਨੂੰ, ਕਹਿੰਦੇ ਸੁਪਨੇ ਦੇ ਵਿੱਚ ਮੈਂ 1699 ਦੀ ਵਿਸਾਖੀ ਦਾ ਉਹ ਸੀਨ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਖੜੇ ਨੇ ਤੇ ਭੀੜ ਲੱਗੀ ਹੋਈ ਹੈ। ਕਹਿੰਦੇ ਭੀੜ ਦੇ ਵਿੱਚ ਮੈਂ ਵੀ ਗਿਆ, ਤੇ ਆਵਾਜ਼ ਆਈ ਇਸ ਤਰ੍ਹਾਂ ਕਿ ਬਈ ਸਿਰ ਚਾਹੀਦਾ, ਤੇ ਮੈਂ ਸੋਚੀ ਪੈ ਗਿਆ ਦਿਮਾਗ ਕਿੰਨਾ ਦਿਮਾਗ ਕੀ ਕਰਾਂ। ਮਤਲਬ ਡਰ ਵੀ ਗਿਆ ਅੰਦਰੋਂ ਕਿ ਵੀ ਇਹ ਕੀ ਹੋ ਰਿਹਾ, ਤੇ ਦੇਖੀ ਜਾਵਾਂ ਵੀ ਇਹ ਕੀ ਕਰਨਗੇ। ਤੇ ਉਹ ਇੱਕ ਉੱਠ ਕੇ ਗਿਆ, ਫਿਰ ਦੂਜਾ ਉੱਠ ਕੇ ਗਿਆ, ਫਿਰ ਤੀਜਾ, ਫਿਰ ਚੌਥਾ, ਫਿਰ ਪੰਜਵਾਂ, ਫਿਰ 5 ਉੱਠ ਕੇ ਜਦੋਂ ਚਲੇ ਗਏ। ਉਹ ਆਪਣੇ ਲੇਖ ਵਿੱਚ ਇੱਕ ਇਮੈਜਨਰੀ ਉਹ ਗੱਲ ਕਰਦਾ, ਤੇ ਜਦੋਂ ਸੱਜ ਕੇ ਸਾਰੇ ਜਦੋਂ ਬਾਹਰ ਆਏ ਵਿਚਾਰੇ, ਕਹਿੰਦਾ ਮੈਂ ਪਛਤਾਇਆ। ਮੈਂ ਕਿਹਾ ਯਾਰ ਪਹਿਲੇ ਮੈਂ ਕਿਉਂ ਨਹੀਂ ਗਿਆ। ਕਹਿੰਦਾ ਮੈਂ ਬੜਾ ਪਛਤਾਇਆ, ਮੈਂ ਕਿਉਂ ਨਹੀਂ ਚਲਾ ਗਿਆ, ਮੈਂ ਕਿਉਂ ਨਹੀਂ ਉੱਠਿਆ, ਬੜਾ ਪਛਤਾਵਾ ਹੋਇਆ। ਹੁਣ ਉਹ ਗੱਲ ਹੈ ਕਿ ਦੇਖਿਆ ਤੇ ਹੈ, ਦੇਖਿਆ ਤੇ ਸਾਹਮਣੇ, ਚਾਹੇ ਸੁਪਨੇ 'ਚ ਦੇਖਿਆ, ਬੜਿਆਂ ਨੇ ਦੇਖਿਆ, ਪਰ ਉਹ ਹੁਣ ਪਛਤਾਉਂਦਾ ਕਿ ਮੈਂ ਕਿਉਂ ਨਹੀਂ ਉੱਠਿਆ, ਕਿਉਂਕਿ ਸਿਧਾਂਤ ਸਮਝ ਨਹੀਂ ਸੀ ਆਇਆ। ਉਸ ਟਾਈਮ ਥੋੜਾ ਪਤਾ ਸੀ ਕੀ ਹੋਣਾ। ਸੋ ਸਾਰੀ ਗੱਲ ਦਾ ਜਦੋਂ ਆਮ ਦੁਨੀਆ ਦੇ ਵਿੱਚ ਐਗਜ਼ਾਮਪਲ ਲਵਾਂਗੇ ਨੇ, ਟੀਚਰ ਹੈਗਾ ਇੱਕ ਸਕੂਲ ਦਾ ਟੀਚਰ ਦੇਖਣ ਦਾ ਵਿਸ਼ਾ ਹੈ ਕਿ ਸਮਝਣ ਦਾ ਵਿਸ਼ਾ? ਸਮਝਣ ਦਾ ਵਿਸ਼ਾ। ਮੈਥ ਦੇਖਣਾ ਹੈ ਕਿ ਸਮਝਣਾ? ਮੈਥ ਦੇ ਦਰਸ਼ਨ ਕਰੀਦਾ। ਟੀਚਰ ਨੂੰ ਦੋ ਬੱਚਾ ਜਾਏ ਸਵੇਰੇ ਬੈਠ ਕੇ ਦੇਖ ਕੇ ਆ ਜਾਏ, ਘੰਟਾ 2 ਘੰਟੇ 6 ਘੰਟੇ ਬੈਠਾ ਦੇਖਦਾ ਰਹੇ, ਜੋ ਪੜ੍ਹਾਇਆ ਸਮਝਿਆ ਨਹੀਂ, ਨਾ ਟੀਚਰ ਨੇ ਪੜ੍ਹਾਇਆ ਹੀ ਵੀ ਨਹੀਂ, ਕੁਝ ਨਹੀਂ। ਜੇ ਪੜ੍ਹਾਇਆ ਤਾਂ ਸਮਝਿਆ ਨਹੀਂ, ਉਸ ਟੀਚਰ ਦਾ ਕੀ ਲਾਭ ਹੈ, ਜਾਂ ਉਸ ਬੱਚੇ ਨੂੰ ਉਸ ਟੀਚਰ ਤੋਂ ਕੀ ਫਾਇਦਾ ਹੋਏਗਾ? 2+2 ਜਿਸ ਨੇ ਸਮਝਾਇਆ ਸੀ ਸਮਝਿਆ ਨਹੀਂ, 2 ਕਦੀ ਦੇਖਿਆ ਕਿਸੇ ਨੇ? 2+2 ਸਿਧਾਂਤ ਹੈ ਨਾ, ਦੇਖਿਆ ਤੇ ਨਹੀਂ ਕਦੀ ਕਿਸੇ ਨੇ।
ਮੈਥਮੈਟਿਕਸ ਦਾ ਇੱਕ ਸਿਧਾਂਤ ਹੈ ਨਾ, ਸਿਧਾਂਤ ਦੇਖਿਆ ਨਹੀਂ ਜਾ ਸਕਦਾ, ਉਸ ਨੂੰ ਸਮਝਣਾ ਹੀ ਉਹਦੇ ਦਰਸ਼ਨ ਹੈ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਇਹਨੂੰ ਸਮਝਣਾ ਕਿ ਹੁਣ ਸਾਨੂੰ ਸਮਝ ਆਏਗੀ ਕਿ ਭਾਵੇਂ ਜਿਤਨੀਆਂ ਹੀ ਮਰਜ਼ੀ ਕਹਾਣੀਆਂ ਸਾਡੇ ਉਹਦੇ ਵਿੱਚ ਬਣਾ ਦਿੱਤੀਆਂ ਗਈਆਂ, ਭਗਤ ਨਾਮਦੇਵ ਜੀ ਨੂੰ 72 ਵਾਰੀ ਦਰਸ਼ਨ ਹੋਏ, ਤੰਨੇ ਜੱਟ ਨੂੰ ਸਭ ਨੂੰ ਦਰਸ਼ਨ ਹੋਏ। ਹੁਣ ਉਹ ਕਹਿੰਦੇ ਨੇ ਈਬੇ ਬੀਠਲ ਊਬੇ ਬੀਠਲ, ਉਹ ਆਪ ਕਹਿੰਦੇ ਪਏ ਨੇ ਗੁਰੂ ਨਾਨਕ ਭਗਤ ਨਾਮਦੇਵ ਜੀ ਕਿ ਸਾਰੀ ਜਗ੍ਹਾ ਉਹਨਾਂ ਨੂੰ ਪਰਮਾਤਮਾ ਨਜ਼ਰ ਆ ਰਿਹਾ, ਲੇਕਿਨ ਸਾਡੇ ਸਿਧਾਂਤ ਕਹਿੰਦੇ ਨੇ ਕਿ ਜੀ ਉਹਨਾਂ ਨੂੰ ਇੰਨੀ ਵਾਰੀ ਦਰਸ਼ਨ ਹੋਏ ਨੇ। ਹੁਣ ਇੱਕ ਬੰਦੇ ਨੇ ਕਿਸੇ ਕੋਲ ਪੁੱਛਿਆ, ਅਸੀਂ ਆਮ ਡੇਲੀ ਰੂਟੀਨ ਦੀ ਗੱਲ ਕਰਦੇ ਹਾਂ ਕਿ ਬੰਦੇ ਅਸੀਂ ਕਰਦੇ ਕੀ ਹਾਂ, ਜਾ ਰਹੇ ਕੰਮ ਤੇ ਇੱਕ ਰੂਟੀਨ ਕਈਆਂ ਨੇ ਬਣਾਇਆ ਕਿ ਬਸ ਸਵੇਰੇ ਜਾਣ ਤੋਂ ਪਹਿਲੇ ਇੱਕ ਵਾਰੀ ਮੱਥਾ ਟੇਕਣਾ। ਉਹ ਜਲਦੀ 'ਚ ਵੀ ਕਈ ਵਾਰੀ ਬਸ ਫਟਾਫਟ ਰੁਕਿਆ, ਸਕੂਟਰ ਦੌੜਦੇ ਗਏ, ਮੱਥਾ ਟੇਕਿਆ, ਆ ਗਏ। ਇੱਕ ਰੂਟੀਨ ਬਣੀ ਹੋਈ ਹੈ ਕਿ ਵੀ ਹਾਂ ਬਈ ਰੁਮਾਲਾ ਚੁੱਕ ਕੇ ਵੀ ਦਰਸ਼ਨ, ਹਾਂ ਰੁਮਾਲਾ ਚੁੱਕ ਕੇ ਵੀ ਦਰਸ਼ਨ। ਉਹ ਕਿਸੇ ਨੇ ਪੁੱਛ ਲਿਆ ਵੀ ਹਾਂ ਵੀ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ? ਕਹਿੰਦਾ ਹਾਂ ਜੀ, ਚੱਲ ਰੋਜ਼ ਜਾਈਦਾ ਮੱਥਾ ਟੇਕਣ। ਉਹ ਕਹਿੰਦਾ ਜੀ ਮੈਂ ਤੁਹਾਡੇ ਕੋਲ ਪੁੱਛਿਆ ਦਰਸ਼ਨ ਕੀਤੇ ਨੇ? ਉਹ ਕਹਿੰਦਾ ਜੀ ਦਰਸ਼ਨ ਇਸ ਤਰ੍ਹਾਂ ਹੁੰਦਾ ਹੈ, ਟਾਈਮ ਮੇਰੇ ਕੋਲ ਨਹੀਂ ਹੁੰਦਾ, ਕਦੀ ਜਦੋਂ ਟਾਈਮ ਹੁੰਦਾ 5-7 ਮਿੰਟ 10 ਮਿੰਟ ਪਹਿਲੇ ਘਰੋਂ ਨਿਕਲ ਜਾਈਦਾ ਤੇ ਰੁਮਾਲਾ ਚੁੱਕ ਕੇ ਦੇਖ ਲਈਦਾ। ਉਹ ਕਹਿੰਦਾ ਫਿਰ ਪੁੱਛਦਾ, ਕਹਿੰਦਾ ਮੈਂ ਤੁਹਾਨੂੰ ਪੁੱਛ ਰਿਹਾ ਕਿ ਦਰਸ਼ਨ ਕੀਤੇ ਨੇ? ਉਹ ਕਹਿੰਦਾ ਕਹਿਣਾ ਕੀ ਚਾਹੁੰਦੇ ਹੋ? ਕਹਿੰਦਾ ਮੈਂ ਇਹ ਕਹਿਣਾ ਚਾਹੁੰਦਾ ਜਦੋਂ ਅਰਦਾਸ ਦੇ ਵਿੱਚ ਕਰਦੇ ਆ ਪੜ੍ਹਦੇ ਆ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਉਹ ਪਾਠ ਜਿਹੜਾ ਕਰਨਾ ਨਾ ਉਹ ਦਰਸ਼ਨ ਦੀਦਾਰ ਹੈ, ਦੇਖਣਾ ਦਰਸ਼ਨ ਦੀਦਾਰ ਨਹੀਂ ਹੈ। ਅਸੀਂ ਰੋਜ਼ ਹੀ ਪੜ੍ਹਦੇ ਹਾਂ। ਸੋ ਸਾਰੀਆਂ ਜਦੋਂ ਅਸੀਂ ਗੱਲਾਂ ਸਮਝਦੇ ਹਾਂ ਕਿ ਸਾਡਾ ਮੇਰਾ ਮਕਸਦ ਸਿਰਫ ਇੰਨਾ ਹੀ ਹੈ, ਭਾਵੇਂ ਅੱਜ ਟਾਈਮ ਥੋੜਾ ਲਾਈਏ ਜ਼ਿਆਦਾ ਲਾਈਏ, ਜਿਹੜੀ ਅੱਖ ਤੋਂ ਦੇਖਣ ਵਾਲਾ ਜਿਹੜਾ ਦਰਸ਼ਨ ਹੈ ਨਾ ਉਸ ਤੋਂ ਸਾਡਾ ਧਿਆਨ ਹਟ ਜਾਏਗਾ। ਜੋ ਹੀ ਅਸੀਂ ਇਹ ਸਮਝਾਂਗੇ ਨਾ, ਅਸੀਂ ਹੁਣ ਸਾਰੇ ਇਹ ਜਿਹੜਾ ਜਿਤਨਾ ਵੀ ਅਸੀਂ ਸਮਝਿਆ ਨਾ ਕਿ ਦਰਸ਼ਨ ਦਾ ਮਤਲਬ ਹੈ ਉਸ ਸਿਧਾਂਤ ਨੂੰ ਸਮਝ ਕੇ ਉਹਦੇ ਤੇ ਤੁਰਨਾ, ਔਰ ਉਸ ਸਿਧਾਂਤ ਨੂੰ ਸਮਝਣਾ ਇੱਕ ਫਿਲਾਸਫੀ ਹੈ, ਔਰ ਉਸ ਸਿਧਾਂਤ ਜਿਹੜਾ ਹੈ ਉਹ ਇੱਕ ਫਲਸਫਾ ਹੈ, ਉਹ ਇੱਕ ਦਰਸ਼ਨ ਹੈ। ਜਿਸ ਤਰ੍ਹਾਂ ਮੰਨ ਲਓ ਕੋਈ ਪੁੱਛੇ ਕਿ ਡਾਕਟਰੀ ਕੀ ਹੈ, ਉਹ ਕਹੇਗਾ ਜੋ ਡਾਕਟਰ ਕਰਦਾ ਡਾਕਟਰੀ ਹੈ। ਕੋਈ ਪੁੱਛੇ ਖੇਡ ਕੀ ਹੈ, ਜੋ ਖਿਡਾਰੀ ਖੇਡਦਾ ਖੇਡ ਹੈ। ਤੇ ਕੋਈ ਪੁੱਛੇ ਫਿਲਾਸਫੀ ਕੀ ਹੈ, ਜੋ ਫਿਲਾਸਫਰ ਕਰਦਾ, ਜੋ ਫਿਲਾਸਫਰ ਸਮਝਾਉਂਦਾ ਉਹ ਫਿਲਾਸਫੀ ਹੈ। ਸੋ ਫਿਲਾਸਫੀ ਦਾ ਮਤਲਬ ਹੈਗਾ ਦਰਸ਼ਨ। ਕਿਸੇ ਵੀ ਸਿਧਾਂਤ ਦੇ ਨੂੰ ਸਮਝ ਲੈਣਾ, ਉਸ ਦੇ ਉੱਪਰ ਤੁਰ ਪੈਣਾ, ਉਸ ਦੀ ਗਹਿਰਾਈ ਦੇ ਵਿੱਚ ਉਸ ਗੱਲ ਨੂੰ ਸਮਝਣਾ, ਇਹ ਹੈਗਾ ਦਰਸ਼ਨ। ਹੁਣ ਇਸ ਡੈਫੀਨੇਸ਼ਨ ਨੂੰ ਦਿਮਾਗ ਦੇ ਵਿੱਚ ਅਸੀਂ ਰੱਖਾਂਗੇ ਨਾ, ਫਿਰ ਅਸੀਂ ਗੁਰਬਾਣੀ ਦੇ ਜੋ ਅਰਥ ਕਰਨੇ ਸ਼ੁਰੂ ਕਰਦੇ ਹਾਂ, ਫਿਰ ਸਾਨੂੰ ਦਰਸ਼ਨ ਦੇ ਅਰਥ ਕਿਸੇ ਹੋਰ ਟਰਮਸ ਵਿੱਚ ਸਮਝ ਆਉਣੇ ਸ਼ੁਰੂ ਹੋ ਜਾਂਦੇ ਨੇ। ਚਰਨ 7-7 ਪਰਸਨਹਾਰ, ਪੂਜਾ 7-7 ਸੇਵਦਾਰ, ਦਰਸ਼ਨ 7 ਪੇਖਣਹਾਰ, ਨਾਮ 7 ਧਿਆਵਨਹਾਰ। ਹੁਣ ਮੈਂ ਅਰਥ ਨਹੀਂ ਕਰ ਰਿਹਾ, ਜਿਉਂ ਅਸੀਂ ਇਹਦੇ ਅਰਥ ਕਰਦੇ ਚਲਾਂਗੇ ਨਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਦੇਖਤ ਹੋਤ ਨਿਆਵਾ, ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਹੁਣ ਇਹ ਤੇ ਸ਼ਬਦ ਮੈਨੂੰ ਲੱਗਦਾ ਪੂਰਾ ਹੀ ਪੜ੍ਹ ਲਈਏ ਤੇ ਸਾਨੂੰ ਜ਼ਿਆਦਾ ਦਰਸ਼ਨ ਦੀ ਹੋਰ ਸਮਝ ਆ ਜਾਏਗੀ। ਇਹ ਰਹਾਉ ਦੀ ਹੈ ਪੰਕਤੀ ਹੈ। ਸੂਹੀ ਮਹਿਲਾ ਪੰਜਵਾਂ, ਦਰਸ਼ਨ ਕੋ ਲੋਚੈ ਸਭ ਕੋਈ। ਹਰ ਕੋਈ ਦੇ ਅੰਦਰ ਨਾ, ਹਰ ਇਨਸਾਨ ਦੇ ਅੰਦਰ ਸੱਚ ਨੂੰ ਸਮਝਣ ਦੀ, ਉਸ ਪਰਮਾਤਮਾ ਨੂੰ ਸਮਝਣ ਦੀ, ਆਤਮਾ ਨੂੰ ਸਮਝਣ ਦੀ, ਮੈਂ ਕਿਉਂ ਆਇਆ ਵਾਂ, ਮੈਂ ਕੀ ਕਰਨ ਆਇਆ ਵਾਂ, ਮੈਂ ਧਰਤੀ ਦਾ ਕੀ ਮਤਲਬ ਹੈ, ਸ੍ਰਿਸ਼ਟੀ ਕੀ ਹੈ, ਸਾਰੀਆਂ ਚੀਜ਼ਾਂ ਨੂੰ ਸਮਝਣ ਦਾ ਇੱਕ ਅੰਦਰ ਇੱਕ ਖਿੱਚ ਚਾਅ ਜ਼ਰੂਰ ਹੈਗਾ। ਉਹ ਕਰੇ ਨਾ ਕਰੇ, ਉਹਨੂੰ ਟਾਈਮ ਮਿਲੇ ਨਾ ਮਿਲੇ, ਉਹਦੇ ਬਾਰੇ ਉਹਦੀ ਸੋਚ ਆਏ ਨਾ ਆਏ, ਦੂਜੇ ਪਾਸੇ ਲੱਗਾ ਰਹੇ, ਉਹ ਗੱਲ ਵੱਖਰੀ ਹੈ।
ਹੁਣ ਇਹ ਪੂਰੇ ਸ਼ਬਦ ਦੇ ਵਿੱਚ ਨਾ ਕਹਿੰਦੇ ਦਰਸ਼ਨ ਕੋ ਲੋਚਿਆ ਸਭ ਕੋਈ। ਹੁਣ ਇਹਦੇ ਦਰਸ਼ਨ, ਇਹ ਦਰਸ਼ਨ ਅੱਖਾਂ ਦੀ ਗੱਲ ਨਹੀਂ ਚੱਲ ਰਹੀ, ਇਹਨੂੰ ਅਨੁਸ਼ਟਨ ਨੂੰ ਧਿਆਨ ਰੱਖੀਏ। ਪੂਰੇ ਭਾਗ ਪ੍ਰਾਪਤ ਹੋਈ, ਪੂਰੇ ਭਾਗ ਮਤਲਬ ਜਿਹੜਾ ਉਹਦੇ ਚ ਪੂਰਾ ਭਾਗ ਲੈਂਦਾ, ਜਿਹੜਾ ਉਹਦੇ ਚ ਪੂਰਾ ਖੁੱਬਦਾ, ਉਹਨੂੰ ਪ੍ਰਾਪਤੀ ਹੁੰਦੀ ਹੈ। ਇਹ ਰਾਓ ਦੀ ਪੰਕਤੀ ਹੈ। ਲੇਕਿਨ ਜੇ ਇਹ ਹੋਇਆ, ਇਹ ਹੁੰਦਾ ਨਹੀਂ ਹੈ, ਇਹ ਸਭ ਕੁਛ ਨਹੀਂ ਹੋ ਪਾਉਂਦਾ। ਕਿਉਂ ਨਹੀਂ ਹੋ ਪਾਉਂਦਾ? ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋੜਨੀ ਦੁੱਤਾ ਲਾਈ। ਇਹ ਸਾਰੇ ਕਾਰਨ ਦੱਸੇ ਨੇ। ਪ੍ਰੇਮ ਵਿਛੋਹਾ ਕਰਤ ਕਸਾਈ, ਨਿਰਦੈ ਜੰਤ ਤਿਸ ਦਇਆ ਨਾ ਪਾਈ। ਅਨੇਕ ਜਨਮ ਬੀਤੀਨ ਪਰਮਾਈ, ਕਰ ਵਾਸ ਨਾ ਦੇਵੈ ਦੁੱਤਰ ਮਾਈ। ਦਿਨ ਰੈਣ ਆਪਣਾ ਕੀਆ ਪਾਈ, ਦਿਨ ਰੈਣ ਆਪਣਾ ਕੀਆ ਪਾਈ ਮਤਲਬ ਜੋ ਦਿਨ ਰੈਣ ਅਸੀਂ ਕੀਤਾ ਉਹ ਆਪਣਾ ਕੀਤਾ ਪਾਉਂਦਾ। ਕਿਸ ਦੋਸ਼ ਨਾ ਦੀਜੈ ਕਿਰਤ ਭਵਾਈ। ਸੁਣ ਸਾਜਣ ਸੰਤ ਜਨ ਭਾਈ, ਚਰਨ ਸ਼ਰਨ ਨਾਨਕ ਗਤ ਪਾਈ। ਹੁਣ ਇਸ ਇੱਕ ਸ਼ਬਦ, ਛੋਟਾ ਜਿਹਾ ਸ਼ਬਦ ਆ, ਅਸੀਂ ਬੜਾ ਕਾਮਨ ਸ਼ਬਦ ਹੈ, ਲੇਕਿਨ ਇਹਦੇ ਵਿੱਚੋਂ ਸਾਨੂੰ ਦਰਸ਼ਨ ਦੀ ਜਿਹੜੀ ਹੈ ਉਹ ਸਿਧਾਂਤ ਸਮਝ ਆਉਂਦਾ। ਦਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਹੁਣ ਅਸੀਂ ਸਮਝਦੇ ਹਾਂ ਉਹ ਦਰਵਾਜ਼ੇ ਖੋਲੋ, ਦਰਵਾਜ਼ੇ ਖੋਲੋ ਤੇ ਸਾਡੇ ਉਹ ਦਰਸ਼ਨ ਹੁੰਦੇ, ਲੇਕਿਨ ਗੱਲ ਜਿਹੜੀ ਹੈ ਨਾ ਉਹ ਕਿਸੇ ਦਰਵਾਜ਼ੇ ਦੀ ਨਹੀਂ ਚੱਲ ਰਹੀ। ਤੁਝ ਬਿਨ ਸੁਰਤ ਕਰੇ ਕੋ ਮੇਰੀ, ਮੇਰੀ ਗੱਲ ਮੇਰੀ ਚੱਲ ਰਹੀ ਹੈ। ਦਰਸ਼ਨ ਦੀਜੈ, ਮੇਰੇ ਦਿਮਾਗ ਦੇ ਕਿਵਾੜ ਖੋਲ ਕੇ ਮੈਨੂੰ ਦਰਸ਼ਨ ਦੇ, ਦਰਸ਼ਨ ਦੇ ਭਾਵ ਆਪਣਾ ਸਿਧਾਂਤ ਦੇ। ਇੱਕ ਹੋਰ ਵੀ ਹੈ, ਦਰਸ਼ਨ ਪਿਆਸੀ ਦਿਨ ਸਰਾ। ਅੱਗੇ ਕਹਿੰਦੇ ਦਰਸ਼ਨ ਦੇਖ ਭਈ ਮਤ ਪੂਰੀ, 68 ਮੰਜਨ ਚਰਹਨ ਧੂਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਹੁਣ ਮੈਂ ਇਸ ਕਰਕੇ ਸ਼ਬਦ ਦੇ ਕੇ ਮੈਂ ਕੋਈ ਜ਼ਿਆਦਾ ਅਰਥ ਨਹੀਂ ਕਰ ਰਿਹਾ, ਲੇਕਿਨ ਜਦੋਂ ਅਸੀਂ ਦਰਸ਼ਨ ਦਾ ਲਫ਼ਜ਼ ਉਸ ਟਰਮਸ ਵਿੱਚ ਰੱਖਾਂਗੇ ਨਾ ਤੇ ਸਾਨੂੰ ਆਪਣੇ ਆਪ ਉਹ ਜਿਹੜੀ ਕਲੀਅਰ ਹੈ ਨਾ ਸਾਨੂੰ। ਮੇਰੇ ਸਤਿਗੁਰਾ ਹੋ ਤੁਧ ਵਿਟੋਂ ਕੁਰਬਾਨ, ਤੇਰੇ ਦਰਸ਼ਨ ਕੋ ਬਲਿਹਾਰਣੈ, ਤੁਸ ਦਿੱਤਾ ਅੰਮ੍ਰਿਤ ਨਾਮ। ਮਨ ਬੈਰਾਗ ਪਿਆ, ਦਰਸ਼ਨ ਦੇਖਣੇ ਕਾ ਚਾਓ। ਜਦੋਂ ਵਿਰਾਗ ਅੰਦਰ ਆਉਂਦਾ ਨਾ ਤਾਂ ਚਾਹ ਪੈਦਾ ਹੁੰਦਾ ਹੈ। ਤਨ ਸੋ ਤੇਰਾ ਥਾਨ। ਮੇਰੇ ਸਤਿਗੁਰਾ ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ। ਹੁਣ ਉਹ ਕਿਹੜਾ ਦਰਸ਼ਨ ਦੇਖ ਕੇ ਕਿਹੜਾ ਮਨ ਵਿਗਾਸ ਹੁੰਦਾ, ਇਹਨੂੰ ਅਸੀਂ ਸਮਝੀਏ। ਰੂੜੋ ਮਨ ਹਰ ਰੰਗੋ ਲੋੜਾ, ਗਾਲੀ ਹਰ ਨੀ ਨਾ ਹੋਏ। ਰਹਾਓ ਹੋਂ ਟੁੰਡੇਦੀ ਦਰਸ਼ਨ ਕਾਰਨ, ਬੀਥੀ ਬੀਥੀ ਪੇਖਾਂ। ਬੀਥੀ ਬੀਥੀ ਦਾ ਮਤਲਬ ਹੁੰਦਾ ਗਲੀ ਗਲੀ, ਮੈਂ ਹਰ ਜਗ੍ਹਾ ਦੇਖ ਰਿਹਾ ਬਈ ਕਿੱਥੋਂ ਉਹ ਦਰਸ਼ਨ ਹੋਣ, ਹਰ ਇੱਕ ਜਗ੍ਹਾ ਦੇਖ ਰਿਹਾ। ਹੋਂ ਟੁੰਡੇਦੀ ਦਰਸ਼ਨ ਕਾਰਨ, ਬੀਥੀ ਬੀਥੀ ਪੇਖਾਂ, ਗੁਰ ਮਿਲ ਭਰਮ ਗਵਾਇਆ ਹੈ। ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ, ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ। ਹੁਣ ਇਸ ਦਰਸ਼ਨ ਦੇ ਨਾਲ ਮਨ ਧੀਰ ਸਕਦਾ ਕਰੀ ਅੱਖਾਂ ਦੇ ਨਾਲ। ਜੇ ਧੀਰਿਆ ਹੁੰਦਾ ਤੇ ਫਿਰ ਉਦੋਂ ਵੀ ਹੋ ਜਾਂਦਾ। ਕਰ ਕਿਰਪਾ ਪ੍ਰਭ ਅੰਤਰ ਜਾਮੀ, ਸਾਧ ਸੰਗ ਹਰ ਪਾਇਆ, ਖੋਲ ਕਿਵਾੜ ਦਿਖਾਲੇ ਦਰਸ਼ਨ, ਪੁਨਰੂਪ ਜਨਮ ਨਾ ਆਈ ਹੈ। गुरु जी के दर्शन को बल जाओ, जप जप जीवा सतगुर नाओ। अंतर बसे बाहर भी ओही, नानक दर्शन देख सब मोही। चरण कमल जाके अनूप, सफल दर्शन सुंदर हर रूप।
ਹੁਣ ਕਿਹੜਾ ਹਰ ਦਾ ਰੂਪ ਨਾ ਰੇਖਣਾ ਰੰਗ ਕਿਛ ਤੇਰੇ ਗੁਣ ਤੇ ਪ੍ਰਭ ਪਿੰਨਾ। ਹੁਣ ਸੁੰਦਰ ਰੂਪ ਕਿਹੜਾ ਹੋਏਗਾ? ਕਿਆ ਬਾਤ। ਇਸ ਟਰਮਸ ਨੂੰ ਅਸੀਂ ਜਿਉਂ ਅਸੀਂ ਉਸ ਜਿਸ ਤਰ੍ਹਾਂ ਹੁੰਦਾ ਨਾ ਫਾਰਮੂਲਾ ਅਸੀਂ ਸਮਝ ਲੈਂਦੇ ਆ, ਉਹ ਉੱਥੇ ਫਾਰਮੂਲਾ ਲਗਾ ਦਿਓ। ਜਦੋਂ ਤੁਹਾਨੂੰ ਇਹ ਬਸ ਉਹ ਮੈਥਸ ਤਾਂ ਦੱਸਦੇ ਸੀ ਨਾ ਸਾਨੂੰ ਕਿ ਇਹ A ਦੀ ਵੈਲਿਊ A ਦੀ ਜਗ੍ਹਾ ਇਹ ਲਗਾ ਦਿਓ, B ਦੀ ਵੈਲਿਊ ਇਹਦੇ 'ਚ ਭਰ ਦਿਓ, ਤੇਰਾ ਆਨਸਰ ਸਹੀ ਆ ਜਾਏਗਾ। ਬਸ ਉਹ ਸਾਡਾ ਇਸ ਤਰ੍ਹਾਂ ਇਹ ਸਾਰੇ ਜਿਤਨੇ ਵੀ ਨੇ ਨਾ, ਇਹ ਸਾਡੇ ਆਨਸਰ ਸਹੀ ਆਈ ਜਾਂਦੇ ਨੇ। ਜਦੋਂ ਆਨਸਰ ਸਹੀ ਆਉਂਦਾ ਫਿਰ ਬੱਚਾ ਫਿਰ ਕੁਐਸਚਨ ਜਿਹੜਾ ਨਾ ਕੱਢੀ ਜਾਂਦਾ ਆਨੰਦ ਆ ਰਿਹਾ। ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ। पेटत संग राम ब्रह्म की प्रदान। ਅਤੇ ਅਸੀਂ ਪੜ੍ਹ ਹੀ ਚੁੱਕੇ ਹਾਂ ਮੇਰੇ ਖਿਆਲ। ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ। ਹੁਣ ਕਿਹੜਾ ਦੇਖ ਕੇ ਦਰਸ਼ਨ ਮਨ ਵਿਗਾਸ ਚ ਹੋਏਗਾ? ਸਾਧ ਕੀ ਸੰਗ ਨਹੀਂ ਕਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ। ਸ਼ਬਦ ਕੋਈ ਵੀ ਕੱਢ ਲਓ ਪੂਰਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦੇ ਸਾਨੂੰ ਸੈਂਕੜੇ ਸ਼ਬਦ ਮਿਲ ਜਾਣਗੇ, ਸੈਂਕੜੇ ਸ਼ਬਦ ਨੇ ਜਿਹਦੇ ਦਰਸ਼ਨ ਲਫ਼ਜ਼ ਆਇਆ ਹੋਇਆ, ਔਰ ਸੈਂਕੜੋ ਹੀ ਸ਼ਬਦ ਅੱਜ ਸਾਡੇ ਖੁੱਲ ਜਾਣਗੇ ਇੱਕ ਦਰਸ਼ਨ ਲਫ਼ਜ਼ ਦੇ। ਸਾਨੂੰ ਮੀਨਿੰਗ ਅਰਥ ਜਦੋਂ ਸਮਝ ਆਣਗੇ, ਮੀਨਿੰਗ ਆ ਗਿਆ। ਸਾਰੇ ਸ਼ਬਦ ਜਿਹੜੇ ਸਾਡੇ ਉਹ ਇੱਕ ਕੋਈ ਵੀ ਦਰਸ਼ਨ ਤੁਸੀਂ ਅੱਜ ਕੱਲ੍ਹ ਤੇ ਬੜਾ ਈਜ਼ੀ ਹੈ, ਤੁਸੀਂ ਇੱਕ ਵਰਡ ਪਾਓ ਤੇ ਤੁਹਾਨੂੰ ਸਾਰੇ ਆਣਗੇ, ਔਰ ਸੈਂਕੜੇ ਸ਼ਬਦ ਸਾਡੇ ਅੱਜ ਸਾਡੇ ਖੁੱਲ ਗਏ ਨੇ। ਔਰ ਮੈਂ ਇੱਕ ਹੋਰ ਮੈਂ ਤੁਹਾਨੂੰ ਇੱਕ ਹਰ ਬੰਦਾ ਨੇ ਜਿੱਦਾਂ ਵੀ ਅਸੀਂ ਆ ਰਹੇ ਹਾਂ ਬੜੇ ਸ਼ੌਂਕ ਚਾਅ ਦੇ ਨਾਲ ਆਉਂਦੇ ਹਾਂ। ਹਰ ਇੱਕ ਦਾ ਇਹ ਮਨ ਨਹੀਂ ਹੁੰਦਾ ਕਿ ਇਸ ਗੱਲ ਨੂੰ ਸਮਝਣਾ। ਮੈਨੂੰ ਲੱਗਦਾ ਕਿ ਜਿਤਨੇ ਵੀ